ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। ਅੱਜ 14ਵੇਂ ਭਾਗ ਵਿੱਚ ਸੁਣੋ ਇਰਾਕ ਉੱਤੇ ਅਮਰੀਕਾ ਦਾ ਪਹਿਲਾ ਧਾਵਾ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਧਾਵਾ ਸੰਨ 1991 ਵਿੱਚ ਕੀਤਾ ਗਿਆ। ਦੂਜਾ ਧਾਵਾ 2003 ਤੋਂ ਜਾਰੀ ਹੈ। ਸਹਿਮ ਇੱਕ ਬੜਾ ਵੱਡਾ ਹਥਿਆਰ ਹੈ। ਉਹ ਸੋਚਣ ਸ਼ਕਤੀ ਦੇ ਉੱਪਰ ਹਾਵੀ ਹੋ ਜਾਂਦਾ ਹੈ ਅਤੇ ਸਹਿਮਿਆ ਵਿਅਕਤੀ, ਸ਼ਹਿਰ ਜਾਂ ਕੁੱਲ ਇਲਾਕਾ ਕਿਸੇ ਹੋਰ ਦਾ ਆਸਰਾ ਢੂੰਡਣ ਲੱਗ ਪੈਂਦਾ ਹੈ। ਇਤਿਹਾਸ ਵਿੱਚ ਬੇਅੰਤ ਅਜਿਹੀਆਂ ਉਦਾਹਰਨਾਂ ਮਿਲਦੀਆਂ ਹਨ ਜਿਸ ਵਿੱਚ ਸਹਿਮ ਪਾਉਣ ਵਾਲਾ ਹੀ ਬਚਾਉਣ ਵਾਲੇ ਦੇ ਰੂਪ ਵਿੱਚ ਆਪਣੇ ਆਪ ਸਾਹਮਣੇ ਆ ਜਾਂਦਾ ਹੈ। ਸਮਾਜ ਵਿੱਚ ਬੇਅੰਤ ਲੋਕ ਤਾੜ ਜਾਂਦੇ ਹਨ ਕਿ ਇਹੀ ਨੇਤਾ ਤਾਂ ਸਹਿਮਦਾਤਾ ਹੈ, ਪਰ ਉਹਨਾਂ ਦੀ ਰਾਏ ਜਾਂ ਸਮਝ ਨੂੰ ਕੌਣ ਪੁੱਛਦਾ ਹੈ। ਜਿੱਥੇ ਨੇਤਾ ਨਾਲ ਗੁੰਡਿਆਂ ਦੇ ਟੋਲੇ ਹੋਣ ਜਾਂ ਸੱਤਾ ਵਿੱਚ ਹੋਣ ਕਾਰਨ ਫੌਜ ਦੀ ਕਮਾਨ ਪਹਿਲਾਂ ਹੀ ਹੱਥ ਵਿੱਚ ਹੋਵੇ, ਭਾਈ ਜਿਹੜਾ ਪਹਿਲਾਂ ਹੀ ਗੱਦੀ ਉੱਤੇ ਬੈਠਾ ਹੋਇਆ ਹੈ ਉਸ ਨੂੰ ਕੀ ਲੋੜ ਹੈ ਆਪਣੀ ਹੀ ਰਿਆਇਆ ਉੱਤੇ ਸਹਿਮ ਦਾ ਹਥਿਆਰ ਵਰਤਣ ਦੀ। ਪਰ ਹੁੰਦਾ ਇਸ ਦੇ ਉਲਟ ਹੈ। ਉਹ ਇਹ ਹਥਿਆਰ ਵਰਤਣਾ ਜ਼ਰੂਰੀ ਸਮਝਦੇ ਹਨ। ਜਿੱਥੇ ਸ਼ਖਸੀ ਰਾਜ ਹੈ ਅਤੇ ਰਾਜਾ ਆਪ ਹੀ ਕਾਨੂੰਨ ਹੈ, ਉੱਥੇ ਲੋਕਾਂ ਨੂੰ ਸਹਿਮਾ ਕੇ ਰਾਜਾ ਆਪਣਾ ਕੱਦ ਉੱਚਾ ਕਰ ਲੈਂਦਾ ਹੈ। ਪਰ ਲੋਕਾਂ ਅਤੇ ਦੇਸ਼ ਅੰਦਰ ਕੋਈ ਬੁਨਿਆਦੀ ਫਰਕ ਨਹੀਂ ਪੈਂਦਾ। ਪਰ ਜਿਨ੍ਹਾਂ ਦੇਸ਼ਾਂ ਦੇ ਸੰਵਿਧਾਨ ਹਨ, ਕਾਇਦੇ ਹਨ, ਕਾਨੂੰਨ ਹਨ, ਉੱਥੇ ਸਹਿਮ ਦਾ ਹਥਿਆਰ ਦੋ ਤਰ੍ਹਾਂ ਕੰਮ ਕਰਦਾ ਹੈ। ਜੇ ਇਲੈਕਸ਼ਨਾਂ ਨੇੜੇ ਹਨ ਤਾਂ ਨੇਤਾ ਆਪਣੇ ਹੱਕ ਵਿੱਚ ਵੋਟਾਂ ਵਧਣ ਦੀ ਉਮੀਦ ਕਰਦਾ ਹੈ। ਜੇ ਉਹ ਪਹਿਲਾਂ ਹੀ ਤਾਕਤ ਸ਼ਾਸਕ ਦੀ ਕੁਰਸੀ ਤੇ ਬੈਠਾ ਹੋਇਆ ਹੈ ਤਾਂ ਉਸ ਦੇ ਸਹਿਮ ਬਾਣ ਦੇ ਨਿਸ਼ਾਨੇ ਹਨ ਲੋਕਾਂ ਦੇ ਸੰਵਿਧਾਨਕ ਹੱਕ, ਜਿਨ੍ਹਾਂ ਦੇ ਆਸਰੇ ਉਹ ਪ੍ਰਧਾਨ ਜਾਂ ਪ੍ਰਧਾਨ ਮੰਤਰੀ ਦੇ ਪੁੱਠੇ ਚਾਲਿਆਂ ਦੇ ਖਿਲਾਫ ਆਵਾਜ਼ ਉੱਚੀ ਕਰ ਸਕਦੇ ਹਨ। ਭਿਆਨਕ ਸਹਿਮ ਕਈ ਵਾਰ ਦੇਰ ਲਈ ਲੋਕਾਂ ਦੀ ਸੋਚ ਦੇ ਉੱਤੇ ਹਾਵੀ ਹੋ ਜਾਂਦਾ ਹੈ। ਲੋਕ ਆਪਣੇ ਸ਼ੈਤਾਨ ਨੇਤਾ ਦੀ ਕਿਸੇ ਵੀ ਮਾੜੀ ਸਿਆਸੀ ਜਾਂ ਫੌਜੀ ਚਾਲ, ਆਮ ਤੌਰ ਤੇ ਕਿਸੇ ਦੂਜੇ ਦੇਸ਼ ਉੱਤੇ ਹਮਲਾ ਕਰਨਾ ਲਈ ਹਾਂ ਵਿੱਚ ਹਾਂ ਮਿਲਾ ਦਿੰਦੇ ਹਨ। ਲੋਕਾਂ ਦੀ ਹੀ ਰੱਖਿਆ ਲਈ ਭਰਤੀ ਕੀਤੀ ਹੋਈ ਪਿਆਰੀ ਔਲਾਦ ਕਿਸੇ ਨਵੀਂ ਜੰਗ ਦੀ ਭੱਠੀ ਵਿੱਚ ਝੋਕ ਦਿੱਤੀ ਜਾਂਦੀ ਹੈ। ਲੋਕ ਰਜ਼ਾਮੰਦ ਹੋਣ ਜਾਂ ਨਾ ਹੋਣ, ਅਖਬਾਰਾਂ ਅਤੇ ਟੀਵੀ ਪ੍ਰਚਾਰ ਨਕਸ਼ਾ ਇੰਜ ਖਿੱਚਦੇ ਨੇ ਜਿਵੇਂ ਲੋਕ ਪ੍ਰਧਾਨ ਨਾਲੋਂ ਵੀ ਕਾਹਲੇ ਨੇ ਨਵੀਂ ਜੰਗ ਸ਼ੁਰੂ ਕਰਨ ਲਈ। ਲਓ ਵੇਖੀਏ ਜੰਗ ਕਿਉਂ ਅਤੇ ਕਿਵੇਂ ਸ਼ੁਰੂ ਕੀਤੀ ਜਾਂਦੀ ਹੈ। 1999 ਤੋਂ 1993 ਤੱਕ ਅਮਰੀਕਾ ਦਾ ਪ੍ਰਧਾਨ ਸੀ ਜਾਰਜ ਹਰਬਰਟ ਵਾਕਰ ਬੁਸ਼। ਪਹਿਲਾਂ ਉਹ ਮੀਤ ਪ੍ਰਧਾਨ ਅਤੇ CIA ਦਾ ਡਾਇਰੈਕਟਰ ਵੀ ਰਹਿ ਚੁੱਕਾ ਸੀ। ਤੇਲ ਦੇ ਵਪਾਰ ਵਿੱਚ ਉਹ 40 ਸਾਲ ਦੀ ਉਮਰੇ ਹੀ ਕਰੋੜਾਂਪਤੀ ਬਣ ਚੁੱਕਾ ਸੀ। ਇਸ ਵਪਾਰ ਵਿੱਚ ਬਿਨ ਲਾਦੇਨ ਪਰਿਵਾਰ ਦੇ ਨਾਲ ਡੂੰਘੇ ਸਬੰਧ ਸਨ। ਤੇਲ ਕੱਢਦੇ ਦੇਸ਼ਾਂ ਦੇ ਸੰਗਠਨ ਓਪੇਕ ਬੇਅੰਤ ਤੇਲ ਕੱਢ ਰਹੇ ਸਨ, ਜਿਸ ਕਾਰਨ ਤੇਲ ਮੰਡੀ ਵਿੱਚ ਕੀਮਤਾਂ ਨੀਵੀਆਂ ਜਾ ਰਹੀਆਂ ਸਨ ਅਤੇ ਮੁਨਾਫੇ ਘਟ ਰਹੇ ਸਨ। ਤੇਲ ਕੱਢਣ ਵਿੱਚ ਇਰਾਕ ਦੇਸ਼ ਸਰਗਰਮ ਸੀ, ਜਿਸ ਦੀ ਧਰਤੀ ਹੇਠ ਮੱਧ ਏਸ਼ੀਆ ਦਾ 1/3 ਤੇਲ ਸੀ। ਪ੍ਰਧਾਨ ਜਾਰਜ ਬੁਸ਼ ਚਾਹੁੰਦਾ ਸੀ ਜੰਗ ਕਰਨੀ ਤਾਂ ਜੋ ਤੇਲ ਦੀ ਉਪਜ ਰੋਕੀ ਜਾਵੇ। ਬੈਂਕਰ ਲਾਬੀ ਦੇ ਰਾਕਫੈਲਰ ਵੀ ਇਹੀ ਚਾਹੁੰਦੇ ਸਨ। ਜੰਗ ਕਰਨ ਲਈ ਚਾਹੀਦਾ ਸੀ ਇੱਕ ਪੁਖਤਾ ਬਹਾਨਾ। ਆਪਣੇ ਆਪ ਸਿੱਧੀ ਜੰਗ ਕਰਨੀ ਔਖੀ ਸੀ, ਇਸ ਲਈ ਜ਼ਰੂਰੀ ਸੀ ਕਿ ਪਹਿਲ ਕਦਮੀ ਦੂਜੇ ਪਾਸੇ ਤੋਂ ਹੁੰਦੀ ਵਿਖਾਈ ਦੇਵੇ। ਇਰਾਕ ਅਮਰੀਕਾ ਦਾ ਮਿੱਤਰ ਦੇਸ਼ ਸੀ। ਮੀਤ ਪ੍ਰਧਾਨ ਸਦਾਮ ਹੁਸੈਨ ਨੂੰ ਪ੍ਰਧਾਨਗੀ ਵੀ CIA ਦੀ ਸਹਾਇਤਾ ਨਾਲ ਮਿਲੀ ਸੀ। ਉਪਰੰਤ ਅਮਰੀਕਾ ਦੀ ਪੂਰਨ ਸਹਾਇਤਾ ਨਾਲ ਇਰਾਕ ਨੂੰ ਈਰਾਨ ਦੇ ਨਾਲ 8 ਸਾਲਾ ਜੰਗ ਵਿੱਚ ਉਲਝਾ ਦਿੱਤਾ ਗਿਆ। ਇਸ ਭਿਆਨਕ ਜੰਗ ਵਿੱਚ ਇਰਾਕ ਨੇ ਉਹ ਵਰਜਿਤ ਕੀਮਿਆਈ ਅਤੇ ਬੈਕਟੀਰੀਆਈ ਹਥਿਆਰ ਵੀ ਵਰਤੇ ਗਏ ਜੋ ਅਮਰੀਕਾ ਨੇ ਉਸ ਨੂੰ ਤੋਹਫੇ ਵਜੋਂ ਦਿੱਤੇ ਸਨ। ਇਰਾਕ ਈਰਾਨ ਜੰਗ ਸਮੇਂ ਅਮਰੀਕਾ ਦੀ ਕਾਠਪੁਤਲੀ ਇਰਾਕ ਦੇਸ਼ ਦੇ ਨਾਲ ਲੱਗਦੇ ਕੁਵੈਤ ਦੇਸ਼ ਨੂੰ ਵੀ ਜੋੜਿਆ ਗਿਆ। ਕੁਵੈਤ ਨੇ ਆਪ ਕੀ ਲੜਨਾ ਸੀ, ਉਹ ਅਮਰੀਕਾ ਤੋਂ ਆਉਂਦੇ ਹਥਿਆਰਾਂ ਦਾ ਮੁੱਲ ਤਾਰਦਾ ਗਿਆ। ਜੰਗ ਦੇ ਖਾਤਮੇ ਉੱਤੇ ਕੁਵੈਤ ਦੇ ਸ਼ੇਖ ਨੇ ਇਰਾਕ ਦੇ ਅੱਗੇ $65 ਬਿਲੀਅਨ ਦਾ ਬਿੱਲ ਰੱਖ ਦਿੱਤਾ,
ਜਿਸ ਤੋਂ ਸਦਾਮ ਹੁਸੈਨ ਇਨਕਾਰੀ ਹੋ ਗਿਆ। ਸਦਾਮ ਹੁਸੈਨ ਦੇ ਇੱਕ ਦੀ ਥਾਂ ਹੁਣ ਦੋ ਦੁਸ਼ਮਣ ਹੋ ਗਏ, ਈਰਾਨ ਅਤੇ ਕੁਵੈਤ। ਇਹਨਾਂ ਵਿੱਚੋਂ ਪਛਲੇਰਾ ਦੇਸ਼ ਅਮਰੀਕਾ ਦੀ ਕਾਠਪੁਤਲੀ ਸੀ। ਅਗਲੀ ਰੌਚਕ ਸ਼ਤਰੰਜੀ ਚਾਲ ਵੇਖੋ। ਇਰਾਕ ਈਰਾਨ ਦੇ ਨਾਲ ਲੰਮੀ ਜੰਗ ਕਾਰਨ ਹੰਭਿਆ ਹੋਇਆ ਸੀ ਅਤੇ ਖਜ਼ਾਨਾ ਖਾਲੀ ਸੀ। ਉਸ ਨੇ ਬੇਅੰਤ ਤੇਲ ਵੇਚ ਕੇ ਘਾਟਾ ਪੂਰਾ ਕਰਨਾ ਸੀ। ਉਸ ਨੂੰ ਜਿੱਲਣ ਵਿੱਚ ਪਾਈ ਰੱਖਣ ਲਈ ਕੁਵੈਤ ਦੀਆਂ ਅਮਰੀਕਨ ਤੇਲ ਕੰਪਨੀਆਂ ਵੱਲੋਂ ਅਤੇ ਹੋਰ ਓਪੇਕ ਦੇਸ਼ਾਂ ਵੱਲੋਂ ਧੜਾ ਧੜ ਤੇਲ ਦੀ ਉਪਜ ਵਧਾ ਕੇ ਤੇਲ ਦਾ ਭਾਅ ਇੰਨਾ ਡੇਗਿਆ ਗਿਆ ਕਿ ਇਰਾਕ ਲਈ ਇਸ ਵਿੱਤੀ ਮਾਰ ਕਾਰਨ ਸੰਭਲਣਾ ਔਖਾ ਹੋ ਗਿਆ। ਇਰਾਕ ਕੁਵੈਤ ਸਰਹੱਦ ਦੇ ਨੇੜੇ ਦੱਖਣੀ ਇਰਾਕ ਵਿੱਚ ਇਰਾਕ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੈ। ਕੁਵੈਤ ਵੱਲੋਂ ਤਿਰਛੇ ਰੁੱਖ ਕਈ ਮੀਲ ਡਰਿੱਲ ਕਰਕੇ ਇਰਾਕੀ ਭੰਡਾਰ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਗਿਆ। ਇਰਾਕ ਲਈ ਤੇਲ ਦੀ ਇਹ ਚੋਰੀ ਅਸਹਿ ਸੀ। ਆਓ ਵੇਖੋ ਅਜਿਹੇ ਸਮੇਂ ਮਿੱਤਰ ਅਮਰੀਕਾ ਨੇ ਆਪਣੇ ਪਾਲਤੂ ਸਦਾਮ ਹੁਸੈਨ ਦੇ ਨਾਲ ਦੋਸਤੀ ਕਿਵੇਂ ਨਿਭਾਈ। ਕੁਵੈਤ ਦਾ ਕੋਈ 16,000 ਵਰਗ ਮੀਲ ਇਲਾਕਾ ਇਰਾਕ ਦੇ ਧੁਰ ਦੱਖਣ ਵਿੱਚ ਸਮੁੰਦਰ ਦਾ ਰਸਤਾ ਮੱਲ ਕੇ ਬੈਠਾ ਹੈ ਅਤੇ ਸਮੁੰਦਰੀ ਵਪਾਰ ਲਈ ਬਹੁਤ ਵਧੀਆ ਬੰਦਰਗਾਹ ਹੈ। ਇਰਾਕ ਦੇ ਕੋਲ ਕੁਵੈਤ ਦੇ ਉੱਤਰ ਵਿੱਚ ਇੱਕ ਪਤਲੀ ਪੱਟੀ ਹੈ ਜੋ ਸਮੁੰਦਰ ਦੇ ਨਾਲ ਰਲੀ ਹੋਈ ਹੈ, ਪਰ ਕੋਈ ਚੰਗੀ ਬੰਦਰਗਾਹ ਨਹੀਂ। ਨਾਲ ਹੀ ਇਸ ਪਤਲੀ ਪੱਟੀ ਦੇ ਸਿਰ ਉੱਤੇ ਈਰਾਨੀ ਦੁਸ਼ਮਣ ਦੀ ਸਰਹੱਦ ਸੀ। ਪ੍ਰਧਾਨ ਬੁਸ਼ ਨੇ ਅਮਰੀਕਾ ਦੀ ਸ਼ਤਰੰਜੀ ਚਾਲ ਨੂੰ ਅੱਗੇ ਵਧਾਉਂਦਿਆਂ ਹੋਇਆਂ ਆਪਣੇ ਦੂਤ ਏਪਰਲ ਗਲੈਪਸੀ ਰਾਹੀਂ ਸਦਾਮ ਹੁਸੈਨ ਨੂੰ ਸੁਨੇਹਾ ਭੇਜਿਆ ਭਈ ਜੇ ਇਰਾਕ ਕੁਵੈਤ ਦੇ ਕਿਸੇ ਵੱਡੇ ਇਲਾਕੇ ਨੂੰ ਝਪਟਾ ਮਾਰ ਲਵੇ ਤਾਂ ਅਮਰੀਕਾ ਦਖਲ ਨਹੀਂ ਦੇਵੇਗਾ। ਕਿੱਧਰ ਅਮਰੀਕਾ ਦਾ ਕੁੱਲ ਸ਼ਤਰੰਜੀ ਬੁੱਧੀਜੀਵੀ CIA ਦੇ ਸਮੂਹ ਅਤੇ ਕਿੱਧਰ ਤੁਸ਼ ਸਦਾਮ ਹੁਸੈਨ ਦਾ ਇਕੱਲਾ ਦਿਮਾਗ। ਉਹਨੂੰ ਜਾਪਿਆ ਕਿ ਅਮਰੀਕਨ ਦੋਸਤ ਸੱਚਮੁੱਚ ਔਖੇ ਵੇਲੇ ਬੌੜ ਪਿਆ ਹੈ। ਉਸ ਨੇ ਭੁੱਖੀ ਮੱਛੀ ਵਾਂਗ ਮਾਸ ਦੇ ਟੁਕੜੇ ਨੂੰ ਮੂੰਹ ਮਾਰਿਆ, ਪਰ ਉਸ ਨੂੰ ਗਿਆਨ ਨਹੀਂ ਸੀ ਕਿ ਉਸ ਦੇ ਅੰਦਰ ਤਿੱਖੀ ਕੁੰਡੀ ਹੈ। ਹੁਣ ਪ੍ਰਧਾਨ ਬੁਸ਼ ਨੇ ਅਮਰੀਕਨ ਫੌਜਾਂ ਭੇਜਣੀਆਂ ਸਨ। ਇਸ ਕੰਮ ਲਈ ਆਮ ਅਮਰੀਕਨ ਲੋਕਾਂ ਦੀ ਹਾਂ ਸਵੀਕ੍ਰਿਤੀ ਵੀ ਲੈਣੀ ਸੀ। ਪ੍ਰਧਾਨ ਦੀ CIA, ਜਿਸ ਦਾ ਪਹਿਲਾਂ ਉਹ ਆਪ ਮੋਢੀ ਹੋਇਆ ਕਰਦਾ ਸੀ, ਲੋਕਾਂ ਦੀ ਮਨੋਬਿਰਤੀ ਕਾਬੂ ਕਰਨ ਅਤੇ ਜੰਗ ਦੇ ਰਸਤੇ ਗਰਮ ਕਰਨ ਲਈ ਮਾਹਰ ਰਹੀ ਹੈ। ਉਸ ਨੇ ਸਧਾਰਨ ਸ਼ਹਿਰੀ ਨੂੰ ਤੜਫਾ ਦੇਣ ਵਾਲੀ ਇੱਕ ਫਿਲਮ ਤਿਆਰ ਕਰਵਾਈ। ਉਸ ਦੇ ਵਿੱਚ ਅਮਰੀਕਾ ਦੇ ਅੰਦਰ ਕੁਵੈਤੀ ਦੂਤ ਦੀ ਬੇਟੀ ਨੂੰ ਇੱਕ ਨਰਸ ਦੀ ਅਦਾਕਾਰੀ ਦੀ ਤਿਆਰ ਕੀਤਾ ਗਿਆ। ਦੂਤ ਦੀ ਬੇਟੀ ਨੇ ਡੁਸਕਦਿਆਂ ਹੋਇਆਂ ਇੱਕ ਭਿਆਨਕ ਘਟਨਾ ਬਾਰੇ ਦੱਸਿਆ। ਕਿਵੇਂ ਜ਼ਾਲਮ ਇਰਾਕੀ ਫੌਜੀਆਂ ਨੇ ਇੱਕ ਕੁਵੈਤੀ ਹਸਪਤਾਲ ਵਿੱਚੋਂ ਇਨਕਿਊਬੇਟਰ ਲੁੱਟ ਲਏ, ਜਿਨ੍ਹਾਂ ਵਿਚਲੇ ਵਕਤੋਂ ਪਹਿਲਾਂ ਜੰਮੇ ਮਾਸੂਮਾਂ ਨੂੰ ਠੰਡੇ ਫਰਸ਼ ਉੱਤੇ ਮਰਨ ਲਈ ਛੱਡ ਦਿੱਤਾ ਗਿਆ। ਉਸ TV ਪ੍ਰੋਗਰਾਮ ਨੇ ਇਸ ਨਰਸ ਨੂੰ ਇਹ ਥੋੜਾ ਹੀ ਪੁੱਛਣਾ ਸੀ ਕਿ ਕੁਵੈਤ ਤਾਂ ਠੰਡਾ ਹੈ ਹੀ ਨਹੀਂ, ਜਾਂ ਨਰਸ ਜੀ ਤੁਸਾਂ ਬੱਚੇ ਨੂੰ ਚਾਦਰ ਜਾਂ ਕੰਬਲ ਨਾਲ ਕਿਉਂ ਨਹੀਂ ਨਿੱਘਾ ਰੱਖਿਆ। ਮੁੱਕਦੀ ਗੱਲ ਕੁਵੈਤੀ ਦੂਤ ਦੀ ਬੇਟੀ ਦੇ ਬਿਆਨਾਂ ਦਾ ਟਕਵਾਂਜ ਬਾਰ-ਬਾਰ ਵਰਤ ਕੇ ਇੱਕ ਤਰ੍ਹਾਂ ਦੇਸ਼ ਵਾਸੀਆਂ ਦੀ ਹਾਂ ਮੰਨੀ ਸਮਝ ਜਾਂ ਮੀਡੀਆ ਰਾਹੀਂ ਸਮਝਾ ਕੇ ਆਪਰੇਸ਼ਨ ਡੈਜ਼ਰਟ ਸਟਰੋਮ ਦੀ ਤਿਆਰੀ ਕੁੱਲ ਦੁਨੀਆ ਦੇ ਅੰਦਰ ਢੋਲ ਢਮੱਕਾ ਵਜਾਉਣ ਦੇ ਨਾਲ ਕੀਤੀ ਗਈ। ਸੈਮ ਦਾ ਹਥਿਆਰ ਇੱਕ ਨਵੀਂ ਜੰਗ ਸ਼ੁਰੂ ਕਰਨ ਲਈ ਅਮਰੀਕਨ ਪ੍ਰਧਾਨ ਜਾਰਜ ਬੁਸ਼ ਸੀਨੀਅਰ ਦੇ ਕੰਮ ਆ ਗਿਆ। ਇਰਾਕ ਦੀ ਪਹਿਲੀ ਜੰਗ ਡੈਜ਼ਰਟ ਸਟਰੋਮ ਆਪ ਇੱਕ ਮੋਟਾ ਵਿਸ਼ਾ ਹੈ। ਇਸ ਜੰਗ ਦਾ ਉਸ ਸਮੇਂ ਮੰਤਵ ਇਹ ਨਹੀਂ ਸੀ ਕਿ ਸਦਾਮ ਹੁਸੈਨ ਨੂੰ ਗੱਦੀ ਤੋਂ ਲਾਇਆ ਜਾਵੇ। ਨਿਸ਼ਾਨਾ ਇਹ ਸੀ ਕਿ ਤੇਲ ਦੀ ਉਪਜ ਘਟਾਈ ਜਾਵੇ ਤਾਂ ਜੋ ਤੇਲ ਦੀਆਂ ਕੀਮਤਾਂ ਚੜ੍ਹਨ। ਡੈਜ਼ਰਟ ਸਟਰੋਮ ਦੇ ਨਾਲ ਕੁਵੈਤ ਦੇ 600 ਤੇਲ ਦੇ ਖੂਹਾਂ ਨੂੰ ਅੱਗ ਲਾਉਣ ਪਿੱਛੋਂ ਨਾ ਸਦਾਮ ਹੁਸੈਨ ਦਾ 2-3 ਸਾਲਾਂ ਵਿੱਚ ਤੇਲ ਦੀਆਂ ਕੀਮਤਾਂ ਕੇਵਲ 25-30% ਹੀ ਵੱਧ ਸਕੀਆਂ। 2003 ਵਿੱਚ ਇਰਾਕ ਉੱਤੇ ਛੇੜੀ ਦੂਜੀ ਜੰਗ ਦੇ ਫਲਸਰੂਪ ਕੀਮਤਾਂ ਖੂਬ ਵਧੀਆਂ। ਇੱਥੋਂ ਤੱਕ ਇੱਕ ਸਮੇਂ ਇੱਕ ਬੈਰਲ ਦਾ ਮੁੱਲ $150 ਹੋ ਗਿਆ। ਇਸ ਵੇਲੇ ਤੇਲ $70 ਪ੍ਰਤੀ ਬੈਰਲ ਵਿਕ ਰਿਹਾ ਹੈ, ਜੋ ਤੇਲ ਵੇਚਦੀਆਂ ਅਮਰੀਕਨ ਕੰਪਨੀਆਂ ਲਈ ਇੱਕ ਵਰਦਾਨ ਹੈ। ਉਧਰ ਕੁੱਲ ਦੁਨੀਆ ਦੇ ਦੇਸ਼ਾਂ ਅਤੇ ਲੋਕਾਂ ਦੀਆਂ ਜੇਬਾਂ ਵਿੱਚ ਮੋਰੀਆਂ ਹੋ ਗਈਆਂ।
ਦੁਨੀਆ ਅੰਦਰ ਹਰ ਸ਼ੈ ਦੇ ਭਾਅ ਵੱਧ ਗਏ ਅਤੇ ਵੱਧਦੇ ਹੀ ਜਾ ਰਹੇ ਹਨ। ਇਸ ਜੰਗ ਵਿੱਚ ਇਰਾਕੀ ਫੌਜ ਹੱਥੋਂ ਇੱਕ ਵੀ ਅਮਰੀਕੀ, ਕੈਨੇਡੀਆਈ ਜਾਂ ਬਰਤਾਨਵੀ ਫੌਜੀ ਨਹੀਂ ਮਰਿਆ। ਇਸ ਦੇ ਉਲਟ ਅਮਰੀਕਾ ਬਰਤਾਨੀਆ ਨੇ ਕੁੱਲ ਇਰਾਕੀ ਅਸਤਰ ਸ਼ਸਤਰ ਹਵਾਈ ਬੰਬਾਰੀ ਨਾਲ ਤਬਾਹ ਕਰ ਦਿੱਤਾ। ਇਰਾਕੀ ਫੌਜ ਮੈਦਾਨ ਛੱਡ ਕੇ ਭੱਜ ਗਈ। ਇਹ ਭੱਜੀ ਜਾਂਦੀ ਫੌਜ ਉੱਤੇ ਕਾਇਰਾਨਾ ਹਵਾਈ ਹਮਲਿਆਂ ਨਾਲ ਕਰੀਬ 1 ਲੱਖ ਇਰਾਕੀ ਫੌਜੀ ਕਤਲ ਕੀਤੇ ਗਏ। ਵੀਅਤਨਾਮ ਵਿੱਚ ਖਾਧੀ ਹਾਰ ਦਾ ਬਦਲਾ ਨਿਹੱਥੇ ਇਰਾਕੀਆਂ ਤੋਂ ਲੈ ਲਿਆ ਗਿਆ। ਇਸ ਜੰਗ ਵਿੱਚ ਡਿਪਲੀਟਡ ਯੂਰੇਨੀਅਮ ਦੀ ਇੰਨੀ ਭਾਰੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਕਿ ਅਵੇਸਲੀ ਅਮਰੀਕੀ, ਬਰਤਾਨਵੀ ਅਤੇ ਕੈਨੇਡਾਈ ਫੌਜ ਆਪ ਚੋਖੀ ਗਿਣਤੀ ਵਿੱਚ ਇਸ ਪਰਮਾਣੂ ਰੇਡੀਆਈ ਜ਼ਹਿਰ ਨੂੰ ਆਪਣੇ ਸਾਹਾਂ ਜਾਂ ਮੂੰਹ ਰਾਹੀਂ ਆਪਣੇ ਅੰਦਰ ਲੈ ਗਏ। 1.25 ਲੱਖ ਦੇ ਕਰੀਬ ਅਮਰੀਕੀ, 30,000 ਬਰਤਾਨਵੀ ਅਤੇ 5,000 ਕੈਨੇਡਾਈ ਫੌਜੀ ਰੇਡੀਏਸ਼ਨ ਬਿਮਾਰੀਆਂ ਅੰਦਰ ਫੜੇ ਗਏ ਅਤੇ ਅਗਲਿਆਂ ਮਹੀਨਿਆਂ ਸਾਲਾਂ ਦੇ ਅੰਦਰ ਤੜਫ ਕੇ ਜ਼ਿੰਦਗੀ ਕੱਟੀ ਜਾਂ ਜਾਨ ਗਵਾ ਲਈ। ਇਰਾਕ ਅੰਦਰੋਂ ਬਿਮਾਰ ਹੋ ਕੇ ਆਏ ਫੌਜੀਆਂ ਦੀ ਬਿਮਾਰੀ ਦਾ ਨਾਂ ਰੱਖਿਆ ਗਿਆ ਗਲਫ ਵਾਰ ਸਿੰਡਰੋਮ। ਸਰਕਾਰੀ ਸੂਤਰ ਡਿਪਲੀਟਡ ਯੂਰੇਨੀਅਮ ਦਾ ਦੋਸ਼ ਕਦੇ ਨਹੀਂ ਮੰਨਣਗੇ। ਇਸ ਲੋਕਾਈ ਮਾਰੂ ਹਥਿਆਰ ਦੀ ਵਰਤੋਂ ਅੰਤਰਰਾਸ਼ਟਰੀ ਜੁਰਮ ਹੈ। ਬਿਮਾਰਾਂ ਦੇ ਮੈਡੀਕਲ ਕਾਰਨਾਂ ਵਿੱਚ ਵੀ ਉਹਨਾਂ ਨੇ ਯੂਰੇਨੀਅਮ ਦੇ ਕਾਰਨ ਦਾ ਨਾਂ ਨਹੀਂ ਲੈਣਾ, ਨਾ ਹੀ ਟੈਸਟ ਕਰਨਾ, ਕਿਉਂਕਿ ਫੌਜਾਂ ਅਤੇ ਸਮਾਜ ਦੇ ਅੰਦਰ ਹਾਹਾਕਾਰ ਮਚਣ ਦਾ ਡਰ ਹੈ। ਪਰਿਵਾਰ ਦੇ ਜੀਆਂ ਦੇ ਮੂੰਹ ਖੁੱਲ੍ਹ ਜਾਣ ਦੀ ਸੂਰਤ ਵਿੱਚ ਪੈਨਸ਼ਨ ਖੁੱਸ ਜਾਂਦੀ ਹੈ ਅਤੇ ਰੋਗੀ ਫੌਜੀ ਨੂੰ ਹਸਪਤਾਲ ਤੋਂ ਨਿਕਾਲਾ ਮਿਲ ਜਾਂਦਾ ਹੈ। ਡਾਢਾ ਮਾਰੇ ਵੀ ਅਤੇ ਰੋਣ ਵੀ ਨਾ ਦੇਵੇ। ਸਰਕਾਰੀ ਸੂਤਰ ਗਲਫ ਵਾਰ ਸਿੰਡਰੋਮ ਦੇ ਕਾਰਨ ਦੱਸਦੇ ਹਨ ਵੈਕਸੀਨਾਂ, ਰੋਗ ਰੋਕੂ ਦਵਾਈਆਂ, ਡੀਜ਼ਲ ਅਤੇ ਪੈਟਰੋਲ ਦੀ ਹਵਾੜ, ਕੀੜੇ ਮਾਰ ਦਵਾਈਆਂ। ਡਿਪਲੀਟਡ ਯੂਰੇਨੀਅਮ ਗਲਫ ਵਾਰ ਸਿੰਡਰੋਮ ਦਾ ਕਾਰਨ ਰੱਬ ਬੋਲੋ ਜੀ। ਇਹ ਸਾਬਤ ਕਰਕੇ ਸਰਕਾਰ ਨੂੰ ਹਰਜਾਨੇ ਭਰਨ ਦੇ ਮੁਕੱਦਮਿਆਂ ਵਿੱਚ ਫਸਾਉਣਾ। ਡਿਪਲੀਟਡ ਯੂਰੇਨੀਅਮ ਤੋਂ ਬਿਮਾਰ ਫੌਜੀ ਹਸਪਤਾਲਾਂ ਵਿੱਚ ਡੱਗੇ ਹੋਏ ਚੰਗੇ ਅਤੇ ਮਰੇ ਹੋਏ ਹੋਰ ਵੀ ਚੰਗੇ ਨੇ। ਜ਼ਖਮੀ ਅਤੇ ਯੂਰੇਨੀਅਮ ਤੋਂ ਬਿਮਾਰਾਂ ਉੱਤੇ ਖਰਚ ਬਹੁਤ ਆਉਂਦਾ ਹੈ। ਅਮਰੀਕਾ ਜਿਹਾ ਅਮੀਰ ਅੱਜ ਦੀਵਾਲੀਆ ਹੋਣ ਉੱਤੇ ਆਇਆ ਦੇਸ਼ ਇਹ ਬੋਝ ਨਹੀਂ ਚੁੱਕ ਸਕਦਾ। ਜੇ ਸਹਿਮਵਾਦ ਉਲਟੇ ਪਾਸੇ ਪੜ੍ਹਾਇਆ ਗਿਆ ਹੁੰਦਾ ਤਾਂ ਕਿਵੇਂ ਲੱਗਦਾ। ਲੱਖਾਂ ਹੀ ਫੌਜੀਆਂ ਨੂੰ ਡਿਪਲੀਟਡ ਯੂਰੇਨੀਅਮ ਦੇ ਵਾਤਾਵਰਣ ਵਿੱਚੋਂ ਲੰਘਣਾ ਪਵੇਗਾ ਅਤੇ ਅਨੇਕਾਂ ਇਸ ਦੇ ਕਾਰਨ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਸਕਦੇ ਹਨ। ਆਫਰੀਨ ਸਾਡੇ ਫੌਜੀਆਂ ਦੇ, ਜੋ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਜੰਗ ਦੇ ਅਸਲੀ ਇਰਾਦੇ, ਤੇਲ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧੇ ਨੂੰ ਹਾਸਲ ਕਰਕੇ ਹੀ ਰਹਿਣਗੇ। ਇੰਜ ਹਰ ਇੱਕ ਦੀ ਜੇਬ ਵਿੱਚੋਂ ਵਧੀ ਹੋਈ ਤੇਲ ਕੀਮਤ ਦਾ ਰੋਜ਼ਾਨਾ ਤੇਲ ਕੰਪਨੀਆਂ ਦੀ ਜੇਬ ਵਿੱਚ ਚਲਾ ਜਾਵੇਗਾ। ਆਪ ਸਭ ਜਾਣਦੇ ਹੋ, ਤੇਲ ਕੰਪਨੀਆਂ ਹਨ ਤਾਂ ਅਮਰੀਕਾ ਅੰਦਰ ਰੁਜ਼ਗਾਰ ਹਨ, ਖੁਸ਼ਹਾਲੀ ਹੈ। ਆਪ ਦੇ ਫੌਜੀ ਬੱਚੇ ਬੱਚੀਆਂ ਲਈ ਵੀ ਦੇਸ਼ ਭਗਤੀ ਦਾ ਸਬੂਤ ਦੇਣ ਲਈ ਸੁਨਹਿਰੀ ਮੌਕਾ ਹੈ। ਸਾਡੇ ਕੋਲ ਫੌਜਾਂ ਬੇਅੰਤ ਹਨ। ਹਰ ਜੰਗ ਵਿੱਚ ਚੋਖੇ ਫੌਜੀ ਕੰਮ ਆ ਜਾਂਦੇ ਹਨ। ਇਸ ਜੰਗ ਪਿੱਛੋਂ ਵੀ ਵੱਡੀ ਨਵੀਂ ਭਰਤੀ ਕਰਨੀ ਹੋਵੇਗੀ। ਜਵਾਨ ਲੋਕ ਹੁਣ ਤੋਂ ਹੀ ਆਪਣੇ ਡੌਲੇ ਫਰਕਾਉਣੇ ਸ਼ੁਰੂ ਕਰ ਦੇਣ ਅਤੇ ਭਰਤੀ ਦਫ਼ਤਰ ਵਿੱਚ ਆਪਣਾ ਨਾਂ ਦਰਜ ਕਰਵਾਉਣ। ਕਿਤਾਬ ਸੱਚ ਦੀ ਭਾਲ ਵਿੱਚ ਲੇਖਕ ਡਾਕਟਰ ਦਲਜੀਤ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।